ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਵਾਹਿਗੁਰੂ ਤੇਰੇ ਕਵਨ ਕਵਨ ਗੁਣ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਬਰਨ ਸਾਰ ਤੂੰ ਠਾਕੁਰ ਊਚ ਭਗਵਾਨ ਤੂੰ ਠਾਕੁਰ ਊਚ ਭਗਵਾਨ। ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, चिंता लाहे हमारी। तुद आगे अरदास हमारी, जियो पिंड सब तेरा, कहो नानक सब तेरी वड्याई, कोई नाम न जाने मेरा। कहु नानक सब तेरी वड्याई, कोई नाम न जाने पूरा प्रभ आराध्या, पूरा जा का नाम नानक पूरा पाया, पूरे के गुण गाओ। ज्ञान ध्यान किस कर्म न जा, साधना जानते सब ते वड्डा सतगुरु नाम, जिन कल राखी ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ,
ਧੰਨ ਗੁਰੂ ਨਾਨਕ 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 ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਧੰਨ ਗੁਰੂ ਨਾਨਕ ਗੁਰੂ ਨਾਨਕ ਦੁੱਖ ਲੱਗਦੇ ਨੇ ਜੇ ਗੁਰੂ ਭੁੱਲ ਜਾਵੇ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਵੇਰੋ ਤੇ ਦੁੱਖ ਦੂਰ ਹੁੰਦੇ ਨੇ। ਕੱਤਕ ਦੇ ਮਹੀਨੇ ਦਾ ਦੱਸਿਆ ਹੈ ਕਿ ਪਰਮੇਸ਼ਰ ਦੇ ਭੁੱਲਿਆ ਇਹ ਰੋਗ ਵਿਆਪਦੇ ਨੇ। ਤੇ ਦੋਸ਼ ਵੀ ਕਿਸੇ ਨੂੰ ਨਹੀਂ ਦੇਣਾ ਚਾਹੀਦਾ। ਇਹ ਕਰਮ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਿਸੇ ਨੂੰ ਕਾਹਦਾ ਦੋਸ਼? ਤੇਰੇ ਆਪਣੇ ਕਰਮ ਨਹੀਂ। ਵਡ ਭਾਗੀ ਮੇਰਾ ਪ੍ਰਭ ਮਿਲੇ। ਜੇ ਮੇਰਾ ਗੁਰੂ ਮਿਲ ਜਾਵੇ ਤੇ ਸਾਰੇ ਵਿਯੋਗ ਉਤਰ ਜਾਣਗੇ। ਜੇ ਕਤਕ ਦੇ ਮਹੀਨੇ ਵਿੱਚ ਸਾਧ ਸੰਗਤ ਹੋ ਜੇ ਤੇ ਫਿਰ ਸਾਰੀ ਸੋਚ ਖਤਮ। ਆਖੋ ਸ੍ਰੀ ਵਾਹਿਗੁਰੂ। ਦੁੱਖ ਤਕਲੀਫਾਂ ਰੱਬ ਤੋਂ ਦੂਰ ਹੋਇਆ। ਨਾਮ ਨਹੀਂ ਜਪਣਾ ਤੇ ਸੁੱਖ ਆਉਂਦੇ ਨੇ ਨਾਮ ਜਪ ਕੇ। ਬੰਦਗੀ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਸੁੱਖ ਮਿਲਦੇ। ਸਾਧੂ ਸੰਗਤ ਮਿਲ ਜੇ ਫਿਰ ਸੁੱਖ ਮਿਲਦੇ। ऐसे ਕਾਰਜ ਕਰਨੇ ਮਹਾਸੰਪੜ ਪਾਠ ਦੇ ਰੋਜ਼ ਰਹਿਣ ਸਬਾਈ ਕੀਰਤਨ ਹੋਣੇ। ਇਹ ਆਪਾਂ ਨੂੰ ਸੁੱਖ ਮਿਲਦੇ। ਦੁੱਖ ਮੁਸ਼ਕਲਾਂ ਦਲਿੱਦਰ ਦੂਰ ਹੁੰਦੇ ਨੇ। ਸਾਰਿਆਂ ਨੂੰ ਸਭ ਦਾ ਇਲਾਕੇ ਦਾ ਭਲਾ ਹੁੰਦਾ ਹੈ। ਕਾਰ ਸੇਵਾ ਚੱਲੇ, ਕੋਈ ਭਲੇ ਦਾ ਕਾਰਜ ਹੋਵੇ, ਸਾਰੇ ਇਲਾਕੇ ਦੇ ਪੁੰਨ ਬਣਦੇ। ऐसा नाम है परमेश्वर का। ये बहुत माड़ा समा लंघिया है, बहुत माड़ा। समय तो आप कई देखे गुरु साहब ने लंघाए। पहले सुनिया सी छोटे होंदियां कि अमृतसर च भी जंग होनी ते घोड़े का पौड़ खून नाल भिजना है, शहीदियां बहुत होनियां। वो भी समा देख लिया। फिर
ਇਹ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲਸੀ ਬੋਲਾ। ਗੁਰੂ ਸਾਹਿਬ ਨੇ ਕਿਹਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਭਾਈ ਲਾਲੋ, ਇਹ ਹਿੰਦੁਸਤਾਨ ਦੇ ਲੋਕ ਮੇਰੀ ਗੱਲ ਮੰਨਦੇ ਨਹੀਂ ਪਏ, ਸੁਣਦੇ ਨਹੀਂ ਪਏ। ਇਹਨਾਂ ਨੂੰ ਮੈਂ ਕਿਹਾ ਵੀ ਜਪਜੀ ਦਾ ਪਾਠ ਕਰੋ, ਅੰਮ੍ਰਿਤ ਵੇਲੇ ਉਠੋ, ਕੀਰਤਨ ਸੋਹਲੇ ਦਾ ਪਾਠ ਕਰੋ, ਰਹਿ ਰਾਸ ਕਰੋ, ਆਸਾ ਦੀ ਵਾਰ ਪੜੋ। ਇਹ ਖਸਮ ਦੀ ਬਾਣੀ ਆਈ ਏ, ਤੁਰ ਦਰਗਾਹ ਦੀ ਆਈ, ਪਰ ਇਹ ਲੋਕ ਮੇਰੀ ਮੰਨਦੇ ਨਹੀਂ ਭਾਈ ਲਾਲੋ, ਇਹ ਸੁਣਦੇ ਨਹੀਂ ਪਏ। ਇਹਨਾਂ ਦਾ ਹਾਲ ਮਾੜਾ ਹੋਏਗਾ, ਸਰੀਰ ਬੜੇ ਵੱਡੇ ਟੁੱਕੇ ਜਾਣਗੇ, ਬੜੇ ਦੁੱਖ ਤੇ ਬਿਮਾਰੀਆਂ ਲੱਗਣਗੀਆਂ। ਫਿਰ ਮੇਰੀ ਜਿਹੜੇ ਅੱਜ ਮੈਂ ਬੋਲ ਕਹੇ ਨੇ, ਫਿਰ ਇਹਨਾਂ ਨੂੰ ਚੇਤੇ ਆਉਣਗੇ। ਇਹ ਫਿਰ ਮੇਰੇ ਬੋਲ ਮੰਨ ਕੇ ਫਿਰ ਬਾਣੀ ਪੜ੍ਹਨਗੇ, ਗੁਰੂ ਨਾਲ ਜੁੜਨਗੇ। ਹੋਰ ਵੀ ਉਠਸੀ ਮਰਦ ਕਾ ਚੇਲਾ, 10ਵੇਂ ਪਾਤਸ਼ਾਹ ਵੀ ਹੋਣਗੇ। ਬਾਅਦ ਵਿੱਚ ਮਰਦ ਗੰਮੜੇ, ਉਹ ਵੀ ਸਾਰਿਆਂ ਨੂੰ ਜੋੜਨਗੇ, ਗੁਰਸਿੱਖੀ ਦੀ ਅੰਮ੍ਰਿਤ ਦੀ ਦਾਤ ਦੇਣਗੇ। ਇਹ ਸਭ ਕੁਝ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਨੂੰ ਘਰ ਬੈਠ ਕੇ ਸਮਝਾਇਆ ਹੈ। ਜੇ ਆਪਾਂ ਬਾਬੇ ਨਾਨਕ ਦੇ ਬੋਲ ਮੰਨੀਏ, ਬਾਣੀ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਮੰਨੀਏ ਵੀ ਕਿੰਨਾ ਪੀਰਾਂ ਫਕੀਰਾਂ 'ਚ ਮੜੀਆਂ ਮਸਾਣਾ, ਇੱਟਾਂ ਪੱਥਰਾਂ 'ਚ, ਖੀਰਾਂ ਕੜਾਵਾਂ ਵਿੱਚ ਆ ਵੰਡ ਦਿਓ, ਆ ਕਰ ਲਓ, ਇਹਨਾਂ 'ਚ ਕੱਖ ਨਹੀਂ ਹੈਗਾ, ਨਾਮ 'ਚ ਹੀ ਹੈ ਸਭ ਕੁਝ। ਇਹ ਤੁਹਾਨੂੰ ਭਰਮ ਹੈ, ਭੁਲੇਖਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੀ ਲਾਜ ਰੱਖਣਗੇ, ਮਹਾਂਪੁਰਸ਼ ਲਾਜ ਰੱਖਣਗੇ। ਇੱਕੋ ਹੀ ਟੇਕ, ਇੱਕੋ ਹੀ ਆਸ ਰੱਖੋ। ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲਸੀ ਬੋਲਾ। ਪੜਿਓ ਪੰਕਤੀ। ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਸੀ ਭੋਲਾ। ਆਪ ਤਨ ਠਤਰੇ ਜਾਨ ਸਤਾਵੇ ਹੋਰ ਪੀ ਉਠਸੀ मर्द का चोला। सच की बाणी नानक आखे सच सुना सच की बेला। सच्ची बाणी नानक आख रहा है ते सच ही सुना रहा है। वेला सच दा है, सच सुनाउण दा वेला है। असी कई ग्रंथ छोटे मोटे पढ़ने, उन्होंने पढ़ना भविखवाक आने वाला समा खास करके पढ़ी दा सी किहो जिहा है। बाहरले देशां दीयां लिखियां किताबां भी इधर दे भी कहते सी सारी दुनिया दे विच आज परमाणु तैयार हो रहे हैं। ये बंब फड़नगे लोग अन्ने मोड़े कमजोर हो जाएंगे। सारी दुनिया च वर्ल्ड वार लगेगी। ते गुरु साहब ने मेहर करके उस वर्ल्ड वार वर्ल्ड वार ही लगी है कि सारे दुनिया जी ये कुछ वरते, ये वर्ल्ड वार लगी। सारिया ते दुख तकलीफां डिगियां।
कोई किसी नूं दोष दे रहा है, कोई किसी नूं, पर दोष कर्मां अपनियां असीं नाम नहीं जपदे। सिख तां गुरु साहिबां नूं संभाल लैण, गुरु साहिबां दे बोल संभाल लैण, बाणी दी संभाल कर लैण, सिक्खी दी संभाल कर लैण। सिखां नूं तां कोई मुश्किल ही नहीं, कोई दुख नहीं। गुरु सच्चा है, गुरु वड्डा है, बाकी किसी दे वस नहीं कोई। वो भरम पखंडां दे बने हुए गुरु पीर ने, उन्हां कोई नहीं करना। बाबा जी दा घर कितना सच्चा है, कितना वड्डा घर है, कितना सच्चा घर है। इनका कितना सानू लाभ होता है, कितना फायदा होता है, सुख मिलते हैं। जिमें जिमें सेवा करोगे, इस तरह के मां संपट पाठ करोगे, होर खंड पाठ कराओगे, दुख तकलीफां दे विच ओट लाओगे, सुखमनी साहिब दे जपजी साहिब दे घरां च पाठ करोगे, ते गुरु साहब साडे औखे समय कट्टी जाणगे, साडे ते मेहर बनाई रखणगे। जदों ऐसा समा आवे, सारे काम छड़ दिया करो। घर विच खंड पाठ रखिए, सारे काम छड़ दी दे, ते जे सांझी थां ते रखिया ना, ते सारियां दा सांझा, फिर भी छड़ दिया करो। ते सत्संग करो, कीर्तन करो, बाणी पढ़ो, सेवा करो। आपां नूं गुरसिੱਖੀ दी दात मिल रही है। कहंदे चंगे कर्मां दी निशानी होंदी है कि जे साडे घर विच सिੱਖੀ आउणी शुरू हो जाए, पाठ होना शुरू हो जाए, महापुरख साधु आने शुरू हो जान, समझो कोई सानू मिलने वाला। ते जे मास शराबां लड़ाइयां झगड़े घरां च शुरू हो जान, सिੱਖੀ दसे भी खत्म हो रही है साडे परिवार च। गुरु तो दूर जा रहे हैं, समझो हुण साडे बड़े बड़े नुकसान का वेला आ रहा है, साडे दिन माड़े आ रहे हैं। ये चंगे भागां दी निशानी है कि कोई ना कोई चंगा होण लगदा। नशे शराबां ऐब लड़ाइयां झगड़े पिंड च घट जान, प्रपी शुरू हो जाए, गुरुद्वारे सेवा लग जान, पाठ पूजा शुरू हो जाए, साडे दिन बदलने वाले। दूजी माड़े दिनां दी निशानी उनके तो समझ आना चाहिए कि ये गुरु साहब की मेहर हो रही है, कृपा हो रही है। स्कूल बन गए गुरसिੱਖੀ दे, बच्चे गुरसिੱਖੀ वाले पासे आउणगे, सारे रल के निमरता नाल सेवा करो। ये साडा भला हो रहा है, इनकी कोई कीमत नहीं असी दे सकते। भले पासे का मुल नहीं दिता जाता, भले पासे का गुरु नूं तन मन ही दिता जाता, गुरु का शुकराना किया जाता, गुरु का नाम जपया जाता है। चंगी किरपा की निशानी जे महापुरुष गुरु की संगत मिले,
साधु संगत मिले, साध संगत मिले, हीरे रतन लभाण। कि जे साधु संगत तुहानू मिल रही है ना, समझो हीरे रत्ना दी खान लभ रही। मेहर कृपा हो रही। सारे एक बारी मूल मंत्र का पाठ कर लो। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आदि सच जुगाद सच है पी सच, नानक होसी पी सच। सतनाम करता पुरख निर्भव निर्वैर अकाल मूरत अजूनी सैभं गुर प्रसाद। जप आदि सच जुगाद सच है पी सच, नानक होसी पी सच। इक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आदि सच जुगाद सच है पी सच, नानक होसी पी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आदि सच जुगाद सच है पी सच, नानक होसी पी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आदि सच जुगाद सच है पी सच, नानक होसी पी सच। एक ओंकार सतनाम करता निर्भव निर्वैर अकाल अजूनी सैभं गुर प्रसाद। आदि सच जुगाद सच है पी सच, नानक होसी पी सच। एक ओंकार सतनाम करता पुरख निर्भव निर्वैर अकाल अजूनी सैभं गुर प्रसाद। जप आदि सच जुगाद सच है पी सच, नानक होसी पी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आदि सच जुगाद सच है पी सच, नानक होसी पी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आदि सच जुगाद सच है पी सच, नानक होसी पी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आदि सच जुगाद सच है पी सच, नानक होसी पी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आदि सच जुगाद सच है पी सच, नानक होसी पी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आदि सच जुगाद सच है पी
सच नानक होसी भी सच एक ओंकार सतनाम करता पुरख निर्भव निर्वैर निरंकार मूरत अजूनी सहभंग सहभंग प्रसाद जप हर सच जुगाद सच है भी सच नानक होसी भी सच एक ओंकार सतनाम करता पुरख निर्भव निर्वैर निरंकार मूरत अजूनी सहभंग प्रसाद जप हर सच जुगाद सच है भी सच नानक होसी भी सच एक ओंकार सतनाम करता पुरख निर्भव निर्वैर निरंकार मूरत अजूनी सहभंग प्रसाद जप हर सच जुगाद सच है भी सच नानक होसी भी सच नानक कोटन में को नारायण जह चीज जग में उत्तम काढ़िए विरले कई के एक भी गुरमुख होए कईयां दा भला कर दिंदा एक भी जिन्ने बजुर्ग जे माताए एक घर च बह के नाम जपो सिमरन करो गुरु साहब तुहाडे घर दा बेड़ा तारनगे एक बंदा भी करी जावे जे वो छड़ देवे दुख तकलीफा बीमारियां भार पै जाए क्योंकि पाप हुंदे ने वजन पैंदा बंदे ते फिर सारियां नूं दुख पहुंचदा है। एक भी घर च परिवार च नाम जपे सारे घर नूं सारे बच्चियां नूं माल डंगर नूं सुख मिलता है। गुरु साहब ने बड़ा वधिया सानू अमृत वेला दिता है कि उठना शुरू कर दे अमृत वेले। असी पाकिस्तानों आके पिंड मुहार सी मुसलमाना दा पिंड उत्थे बैठे ते लोग उस समय शराबा पीनिया लड़ाई झगड़े बाहरों पाकिस्तान आए से रब घट चेते से। एक साडे दादा जी ते कृपा सी दादी भी साडी पूरी बच्चियां च खुबी हुई सी उहदा धीआं पुत्रां च बड़ा मोह सी पर उन्हें बाबा जी दे बचनां नाल नाम जपिया साडे दादा जी ने ते सारे पिंड दे कर्म चंगे बन गए भाग चंगे बन गए। नहीं तो शराबां चलदियां सी शिकार खेड़ के मास चलदा सी शराबां आपदियां कढ़दे सी सारे घर दा हाल माड़ा सी। एक महापुरुषां नेड़े बाबा सुंदरदास जी वो किते गेड़ा मारदे सी। महापुरखों का बड़ा सहारा होता है। बाबा कुंदन सिंह जी महाराज ने एक बारी एवें बहाना बना के 5-6 नानक सरों महापुरखों को भेजिया कि फलाने बंदे नूं लैके आओ। वो फिरदे हुए साडे पिंड आ गए। बस दिन ही खुलने होंदे भाग ही खुलने होंदे आ। कोई पूर्वड़ा कर्म सी मेरा मेला होया साधुआं दा पूर्व कर्म अंकर जा प्रगटे भेटियो पुरख रसक बिरागी मिटी हंधेर मिलद हर नानक जन्म जन्म की सोई जागी। पिछले कर्म जागे ते महापुरखों का मेला हो गया। पूर्व कर्म अंकर जा प्रगटे भेटियो पुरख रसक बिरागी। एक कृपा होंदी है बाबा जी
ਸ਼ੇਰਪੁਰੇ ਦੇ ਸੀ ਬਾਬਾ ਨੰਦ ਸਿੰਘ ਜੀ, ਤੇ ਉਹਨਾਂ ਨੂੰ ਸਾਰੇ ਕਲੀਰਾਂ ਵਾਲੀ ਕਹਿੰਦੇ। ਜਨਮ ਸ਼ੇਰਪੁਰੇ ਦਾ ਸੀ, ਜ਼ਮੀਨ ਜਗਰਾਉਂ ਦੀ ਸੀ, ਤੇ ਸੇਵਾ ਦਾ ਲਾਹਾ ਖੜਦੇ ਸੀ ਕਲੀਰਾਂ ਵਾਲੇ। ਬਾਬਾ ਜੀ ਕਲੀਰਾਂ ਵਾਲੇ ਬਣ ਗਏ, ਨਾ ਤਾਂ ਜਗਰਾਉਂ ਵਾਲੇ ਬਣੇ, ਉਥੇ ਜਗਰਾਉਂ ਦੀ ਜ਼ਮੀਨ 'ਚ ਨਾਨਕਸਰ ਬਣਿਆ, ਤੇ ਨਾ ਸ਼ੇਰਪੁਰੇ ਵਾਲੇ। ਜਿਹੜੇ ਸੇਵਾ ਕਰਕੇ ਲੁੱਟ ਲੈਣ ਉਹੀ ਕਿਰਪਾ ਲੈ ਜਾਂਦੇ। ਅੱਜ ਉਹਨਾਂ ਕਲੇਰਾਂ ਵਾਲਿਆਂ ਤੇ ਬੜੀ ਕਿਰਪਾ ਹੈ। ਪਿੰਡ 'ਚ ਗੁਰਦੁਆਰਾ ਬਣਿਆ ਹੈ, ਪੂਰੀ ਨਾਨਕਸਰ ਦੀ ਮਰਜ਼ਾਦਾ ਨਾਲ ਉੱਥੇ ਅਖੰਡ ਪਾਠ ਲੰਗਰ ਚੱਲਦੇ ਆ, ਤੇ ਰੋਜ਼ ਸਵੇਰੇ ਅੰਮ੍ਰਿਤ ਵੇਲੇ ਸੰਗਤ ਜੁੜਦੀ ਹੈ ਪਾਠ ਕਰਨ ਵਾਸਤੇ। ਬਾਬਾ ਜੀ ਦੀ ਦ੍ਰਿਸ਼ਟੀ ਹੋ ਗਈ, ਨਿਗਾਹ ਹੋ ਗਈ ਕਲੇਰਾਂ ਵਾਲੇ ਪਾਸੇ। ਉਹਨਾਂ ਨੇ ਆਪਦੇ ਬਣਾ ਲਿਆ ਉਹਨਾਂ ਨੂੰ ਕਿ ਸਾਡਾ ਪਿੰਡ, ਸਾਡੇ ਆ ਕਲੇਰਾਂ ਵਾਲੇ। ਕਲੇਰਾਂ ਵਾਲਿਆਂ ਨੇ ਸੇਵਾ ਬਹੁਤ ਕੀਤੀ, ਜਿੰਨੀ ਆਈ ਗਈ ਸੰਗਤ ਨੂੰ ਕਲੇਰਾਂ ਵਾਲੇ ਸੰਭਾਲਦੇ ਆ। ਜਿਹਨੇ ਰਹਿਣਾ ਹੁੰਦਾ ਰਾਤ ਬਾਬਾ ਜੀ ਕਹਿੰਦੇ ਕਲੇਰੀ ਚਲੇ ਜਾਓ। ਐਵੇਂ ਸੇਵਾ ਮਿਲਦੀ ਗਈ, ਉਹਨਾਂ ਦੇ ਭਾਗ ਖੁੱਲ੍ਹ ਗਏ ਕਲੇਰਾਂ ਵਾਲਿਆਂ ਦੇ। ਪਿੰਡ ਸੀ ਸ਼ੇਰਪੁਰ, ਜ਼ਮੀਨ ਸੀ ਜਗਰਾਉਂ ਦੇ ਲੋਪੋ ਗਵਾੜ ਦੀ, ਪਰ ਯਾਰੀਆਂ ਬਖਸ਼ਿਸ਼ਾਂ ਦੀ ਕਿਰਪਾ ਜਿਹੜੇ ਸੇਵਾ ਜਿਨ੍ਹਾਂ ਕੀਤੀ ਉਹ ਹੀ ਲੈ ਗਏ। ਇਹ ਬੜਾ ਮਹਿੰਗਾ ਸੌਦਾ ਹੈ, ਕਹਿੰਦੇ ਹੀਰਿਆਂ ਰਤਨਾਂ ਤੋਂ ਮਹਿੰਗਾ ਹੈ। ਕੋਈ ਵਿਰਲਾ ਹੀ ਪਛਾਣਦਾ ਹੈ, ਪੜ੍ਹ ਲਓ। ਸਾਧੂ ਜੱਗ ਵਿੱਚ ਰਹਿੰਦੇ ਨੇ ਨਿਮਾਣੇ ਬਣ ਕੇ, ਸਾਧੂ ਜੱਗ ਵਿੱਚ ਰਹਿੰਦੇ ਨੇ ਬਗਾਨੇ ਬਣ ਕੇ, ਜੱਗ ਵਿੱਚ ਰਹਿੰਦੇ ਨੇ ਬਗਾਨੇ ਬਣ ਕੇ, ਜੱਗ ਵਿੱਚ ਰਹਿੰਦੇ ਨੇ ਨਿਮਾਣੇ ਬਣ ਕੇ, ਜੱਗ ਵਿੱਚ ਰਹਿੰਦੇ ਨੇ ਨਿਮਾਣੇ ਬਣ ਕੇ, ਤੂੰ ਜੱਗ ਬੇਗਾਨੇ ਬਣ ਕੇ, ਜੱਗ ਵਿੱਚ ਰਹਿੰਦੇ ਬੇਗਾਨੇ ਬਣ ਕੇ। ਉੱਚੀ ਬੋਲ, ਉੱਚੀ ਬੋਲ। ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ, ਜੱਗ ਵਿੱਚ ਰਹਿੰਦੇ ਨੇ
ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ ਜਗ ਵਿੱਚ ਰਹਿੰਦੇ ਨੇ ਬੇਗਾਨੇ ਬਣ ਕੇ ਜਗ ਵਿੱਚ ਰਹਿੰਦੇ ਨੇ ਜਗ ਵਿੱਚ ਰਹਿੰਦੇ ਨੇ ਬੇਗਾਨੇ ਬਣ ਕੇ ਸਾਧੂ ਜਗ ਵਿੱਚ ਰਹਿੰਦੇ ਨੇ ਬੇਗਾਨੇ ਬਣ ਕੇ नाम की महिमा संत रिद वसे सानू नहीं पता कि महिमा नाम दी की है जेड़े जौहरी ने उही जानते आ हीरे दी कीमत की है सानू नहीं पता तरू एक कलेश वाले घर का बच्चा दो राणियां सी कलेश सी आपस में एक दूजे नूं वेख के नहीं सिखाउंदियां सी उस बच्चे ने नाम जपिया ते धरूर टल पदवी पा के कहंदे ने सारे मंडल विच बैठा है सारियां तो उच्ची पदवी पा के बच्चा नाम जपे कोई बीबी नाम जपे साड़ी नौ धी नाम जपे आदमी नूं रंग लग जावे मां प्यो विचों कोई माला फड़ के बह जे घर विच जिस घर विच एक भी गुरमुख रूह नहीं ते उस घर दा बेड़ा किवें तरेगा कहते थोड़ा जिहा बेड़ा पानी तो बाहर होवे ते बेड़ा तर जाएगा जे बेड़े च पानी पै गया तो फिर डुबेगा थोड़ी जी रस्सी अपने हाथ च होवे भावें खूह च सिट दिओ बाढ़ रस्सी भी कढ़ लांगे पानी भी कढ़ लांगे कोई भलिया कर्म नाम जपण दा महापुरखां दी संगत दा करी रखना है बाबा जी कहते सी एक आदमी गुरमुख प्यारा कोई आ जाए नानक साहब पूर्णमाशी ते आ जाए तुहाडे घर दा भला हो जाएगा सारियां दी हाजरी लग जाएगी एक आउण नाल फिर बाबा जी ने ठाठ बनाई ते ठाठा में ड्यूटी लियाई भाई लंगर बना के लियाओ हफ्ते च एक दिन लै आओ महीने च एक दिन लै आओ असी जो ठाठ बनाया कट्टियां वाली तुहाडे पिंड गेड़े गूड़े लाए भी कोई करो सेवा जपो नाम पर कम ढिला सी लंगरां दियां ड्यूटियां लवो शायद एक गुरमुख प्यारे एक अद्धे परिवार ने कोई सेवा लई पर गुरु साहब ने चलो कृपा करती तुहाडे नगर विच ठाठ बन गया घर दे विचों प्रशादा आ जाए बाबा जी कहंदे हफ्ते च एक दिन रख लो महीने च एक दिन रख लो कि लंगर रसोई सुची करके अन्न पानी सुचा बड़े प्रेम नाल बना के लियाना है तो गुरु साहब नूं भोग लगेगा तुहाडा सारे घर दा अन्न पानी सफल हो जाए गुरु साहब दे वेले दी एक साखी है भी एक सिख गरीब सी वो रोटी पानी तो भी औखा सी कोई पुण्य दान नहीं कर सकता सी कोई सेवा नहीं कर सकता सी उनके घर विच कोई चिड़ा ते चिड़ी आ गए वो असी गुरु साहब दे सिख उन्हें वेख्या भी हैगा सिख ते भुखा मारदा है इनू थोड़ा बहुता ही करना चाहिए थोड़े चो थोड़ा कर लो बहुते चो बहुता कर लो जेड़े थोड़े चो थोड़ा नहीं दे रहे वो कदी भी बहुते चो बहुता नहीं दे थोड़े चो थोड़ा शुरू किया बड़े चंगे सिट्टे निकलते वो नहीं करते
ਉਹਨਾਂ ਨੇ ਚੁੰਝ ਭਰਨੀ ਦਾਣਿਆਂ ਦੀ ਲੰਗਰ ਚ ਪਾਉਣੀ, ਚੁੰਝ ਭਰਨੀ ਦਾਣਿਆਂ ਦੀ ਤੇ ਲੰਗਰ ਚ ਪਾਉਣੀ। ਸਿੱਖ ਦੇ ਕੰਮ ਚੱਲ ਗਏ, ਘਰ ਬਣਨੇ ਸ਼ੁਰੂ ਹੋ ਗਏ। ਕੋਈ ਐਸਾ ਕਾਰਨ ਵਾਪਰਿਆ, ਕਹਿੰਦੇ ਉਹਨਾਂ ਦਾ ਜਿੱਥੇ ਆਲਣਾ ਸੀ ਦਰਖਤ ਤੇ ਉਹ ਪੜਤਾ ਜਾਂ ਟਾਹਣ ਕੱਟਤਾ ਜਾਂ ਕੀ ਕਰਤਾ, ਉਹ ਚਿੜਾ ਚਿੜੀ ਚਲੇ ਗਏ। ਇਹਦਾ ਦਸਵੰਧ ਪੈਣੋਂ ਹਟ ਗਿਆ। ਇਹ ਮਹਾਰਾਜ ਕੋਲ ਗਿਆ, ਜੀ ਮੇਰਾ ਤੁਸੀਂ ਕਿਰਪਾ ਕੀਤੀ, ਕੰਮ ਚੱਲੇ, ਫਿਰ ਕੰਮ ਰਹਿ ਗਏ। ਉੱਥੇ ਹੀ ਖੜ ਗਏ ਨੇ। ਕਾਰਨ ਕੀ ਹੋਇਆ? ਗੁਰੂ ਸਾਹਿਬ ਕਹਿੰਦੇ ਪਹਿਲੋਂ ਤੇਰੇ ਘਰ ਦਾ ਹਿੱਸਾ ਲੰਗਰ 'ਚ ਚੱਲਦਾ, ਉਹ ਹੁਣ ਬੰਦ ਹੋ ਗਿਆ, ਤਾਂ ਕਰਕੇ ਤੇਰਾ ਕੰਮ ਖੜ ਗਿਆ। ਕਹਿੰਦੇ ਮੈਂ ਤਾਂ ਹੈ ਹੀ ਨਹੀਂ ਸੀ ਪਾਉਣ ਜੋਗਾ, ਮੈਂ ਤਾਂ ਕੋਈ ਲੰਗਰ 'ਚ ਹਿੱਸਾ ਪਾਇਆ ਹੀ ਨਹੀਂ। ਗੁਰੂ ਸਾਹਿਬ ਨੇ ਸਾਰੀ ਗੱਲ ਸੁਣਾਈ ਕਿ ਚਿੜਾ ਤੇ ਚਿੜੀ ਦਾਣੇ ਪਾ ਜਾਂਦੇ ਸੀ। ਮਹਾਰਾਜ ਹੁਣ ਕਿਵੇਂ? ਕਹਿੰਦੇ ਆਪਦੇ ਹੱਥੀ ਜੋ ਪੁੱਜਦਾ ਸਰਦਾ। ਇੱਕ ਦਾਣੇ ਦੇ ਹਜ਼ਾਰਾਂ ਦਾਣੇ ਬਣਦੇ ਆ। ਕਹਿੰਦੇ ਤੂੰ ਬੀਜ ਕੇ ਵੇਖ ਧਰਤੀ 'ਚ, ਤੇ ਮਹਾਂਪੁਰਸ਼ਾਂ ਦੇ ਕੋਲ ਬੀਜ ਕੇ ਵੇਖ ਹਜ਼ਾਰਾਂ ਲੱਖਾਂ ਦਾਣੇ ਬਣਦੇ ਆ। ਇਹ ਬੀਜਣਾ ਬੋੜ ਦਾ ਇੱਕ ਬੀਜ ਹੀ ਹੈ ਨਾ, ਤੇ ਪਤਾ ਨਹੀਂ ਕਿੰਨੀਆਂ ਗੋਲਾ ਲੱਗਦੀਆਂ, ਤੇ ਇੱਕ ਗੋਲ 'ਚ ਕਿੰਨੇ ਬੀਜ। ਗੁਰੂ ਸਾਹਿਬ ਕਹਿੰਦੇ ਜਿੰਨਾ ਤੇਰਾ ਹਿੱਸਾ ਪੈਂਦਾ ਆਪਦੇ ਹੱਥੀ ਪਾ। ਦੁੱਧ ਲੈ ਆ ਗਲਾਸੀ ਦੇ ਵਿੱਚ, ਪ੍ਰਸ਼ਾਦਾ ਲੈ ਆ, ਕੋਈ ਅਨਾਜ ਲੈ ਆ, ਕੋਈ ਚੀਜ਼ ਲੈ ਆ। ਸਿੱਖ ਨੇ ਫਿਰ ਆਪਦਾ ਨੇਮ ਸ਼ੁਰੂ ਕੀਤਾ, ਜੋ ਪੁੱਜਦਾ ਸਰਦਾ ਥੋੜਾ ਬਹੁਤਾ ਗੁਰੂ ਘਰ ਦੇ ਲੰਗਰ 'ਚ ਪਾ ਜਾਣਾ। ਕਹਿੰਦੇ ਫਿਰ ਕਾਰੋਬਾਰ ਚੱਲ ਗਏ, ਵਧਣੇ ਸ਼ੁਰੂ ਹੋ ਗਏ। ਗੁਰੂ ਸਾਹਿਬ ਕਹਿੰਦੇ ਨੇ ਬੀਜਿਆ ਹੋਇਆ ਵੱਢਣਾ ਸੀ। ਜੇ ਬੀਜਾਂਗੇ ਨਹੀਂ, ਦਸਵੰਧ ਨਹੀਂ ਕੱਢਾਂਗੇ, ਸੇਵਾ ਨਹੀਂ ਕਰਾਂਗੇ, ਅੰਮ੍ਰਿਤ ਵੇਲੇ ਨਹੀਂ ਉੱਠਾਂਗੇ, ਤੇ ਵਾਧੇ ਨਹੀਂ ਹੋਣੇ। ਕੋਈ ਨਾ ਕੋਈ ਗੁਰੂ ਸਾਹਿਬ ਦੀ ਕਿਰਪਾ ਲੈ ਕੇ, ਬਖਸ਼ਿਸ਼ ਲੈ ਕੇ ਸੇਵਾ ਕਰ। ਹਫ਼ਤੇ ਬਾਅਦ ਲੰਗਰ ਦੀ ਸੇਵਾ ਕਰ ਲਓ, ਮਹੀਨੇ 'ਚ ਇੱਕ ਵਾਰੀ ਰੱਖ ਲਓ, ਲੰਗਰ ਪਕਾ ਕੇ ਲਿਆਉਣਾ ਹੈ। ਸਵੇਰੇ ਉੱਠ ਕੇ ਰੋਜ਼ ਪਾਠ ਕਰਨਾ ਹੈ। ਬਾਬਾ ਜੀ ਕਹਿੰਦੇ ਜਿਹੜੇ ਰੋਜ਼ ਸਵੇਰੇ ਉੱਠ ਕੇ ਪਹਿਲੋਂ ਪਾਠ ਕਰਦੇ ਆ ਨਾ, ਫਿਰ ਕੰਮ ਕਰਦੇ ਆ, ਤੇ ਪ੍ਰਮਾਤਮਾ ਵੀ ਸਭ ਤੋਂ ਪਹਿਲੋਂ ਉਹਨਾਂ ਨੂੰ ਦਾਤ ਦਿੰਦਾ ਹੈ, ਉਹਨਾਂ ਦੀ ਲਾਜ ਰੱਖਦਾ ਹੈ। ਜਿਹੜੇ ਸਭ ਤੋਂ ਪਹਿਲੋਂ ਗੁਰੂ ਵਾਲੇ ਪਾਸੇ ਮੂੰਹ ਕਰਦੇ, ਫਿਰ ਦੁਨੀਆ ਵਾਲੇ ਪਾਸੇ। ਪਰਮੇਸ਼ਰ ਉਹਨਾਂ ਦੇ ਕੰਮ ਸਭ ਤੋਂ ਪਹਿਲੋਂ ਸਵਾਰਦਾ। ਇੰਨਾ ਸਤਸੰਗ ਹੋਇਆ ਹੈ, ਗੁਣੀ ਗਿਆਨੀ ਮਹਾਂਪੁਰਸ਼ ਰੋਜ਼ ਲੱਗਦੇ ਸੀ। ਅਸੀਂ ਟੀਵੀ ਤੇ ਸੁਣਦੇ ਰਹੇ ਹਾਂ, ਤੁਹਾਡਾ ਚੱਲਦਾ ਸੀ ਪ੍ਰੋਗਰਾਮ, ਉੱਥੇ ਸੁਣ ਲਈਦਾ ਸੀ। ਜ਼ਿਆਦੀ ਥਾਈਂ ਪ੍ਰੋਗਰਾਮ ਕਰਕੇ ਆਉਣਾ ਔਖਾ ਅੱਗੇ ਤਾਂ ਅਸੀਂ 2-2 ਗੇੜੇ ਤੱਕ ਵੀ ਲਾ ਲਈਦੇ ਸੀ। ਤੇ ਹੁਣ ਸਮੇਂ ਨਾਲ ਹੀ ਕੰਮ ਚੱਲਦਾ ਹੈ। ਇਸ ਵਾਰੀ ਮਸਾਂ ਭੋਗ ਤੇ ਪਹੁੰਚੇ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ, ਤੇ ਠਾਠ ਦਾ ਨੀਂਹ ਪੱਥਰ ਰੱਖਿਆ ਗਿਆ। ਜ਼ਮੀਨ ਸਰੋਵਰ ਦਾ ਹੈ, ਸਕੂਲ ਦਾ ਹੈ। ਪਰ ਲਾਦੂ ਕਾਦੇ ਸੀ ਬਾਬਾ ਉਤਮ ਸਿੰਘ ਜੀ। ਇੱਕ ਗੁਰਮੁਖ ਪਿਆਰੇ ਨੇ ਸਾਨੂੰ 2 ਕਿੱਲੇ ਜ਼ਮੀਨ ਦਿੱਤੀ ਸਕੂਲ ਵਾਸਤੇ, ਤੇ ਉਹਨਾਂ ਦੇ ਅੜਚਨਾ ਹੀ ਸੀ ਰਣਬੀਰ ਸਿੰਘ ਭਾਈ। ਮਹਾਂਪੁਰਖ ਖੜ ਕੇ ਵੀ ਜ਼ਮੀਨ ਦਾਨ ਕਰੋ, ਕੋਈ ਸਕੂਲ ਬਣੇਗਾ, ਕੋਈ ਸੇਵਾ ਹੋਏਗੀ, ਤੁਹਾਡਾ ਪਰਿਵਾਰ ਦਾ ਪੂਰੇ ਦਾ ਭਲਾ ਹੋ ਜਾਏਗਾ। ਬੱਚਿਆਂ ਦਾ ਕਾਰੋਬਾਰ ਕਰਨ ਲੱਗ ਜਾਣਗੇ, ਗੁਰੂ ਘਰ ਨਾਲ ਗੰਢ ਪੈ ਜਾਏਗੀ। ਉਹਨਾਂ ਨੇ 2 ਕਿੱਲੇ ਕਹਿਤਾ ਬਾਬਾ ਜੀ ਅਸੀਂ ਦੇਣੇ, ਪਰ ਕੰਮ ਉੱਥੇ ਹੀ ਰਹੇ ਸਾਰੇ, ਇੰਨੇ ਵਾਅਦੇ ਨਾ ਹੋਏ। ਕਹਿੰਦੇ ਜੀ ਅਸੀਂ 2 ਕਿੱਲੇ ਤੁਹਾਡੇ ਕਹਿ ਤੇ ਛੱਡ ਵੀ ਦਿੱਤੇ ਆ, ਤੇ ਸਾਡੇ ਇੰਨੇ ਵਾਅਦੇ ਹੋਏ ਨਹੀਂ।
ਮਹਾਂਪੁਰਸ਼ ਕਹਿੰਦੇ, ਬਾਬਾ ਉਤਮ ਸਿੰਘ ਜੀ ਲਾਧੂ ਕਾਲੇ ਉਹਨਾਂ ਨੂੰ ਕਹਿੰਦੇ, ਭਾਈ ਜਦੋਂ ਤੱਕ ਗੁਰੂ ਨਾਨਕ ਦੇ ਨਾਮ ਨਹੀਂ ਲੱਗਣਗੇ ਉਦੋਂ ਤੱਕ ਵਾਅਦੇ ਨਹੀਂ ਹੋਣੇ। ਅਜੇ ਕਾਗਜ਼ਾਂ 'ਚ ਤੁਸੀਂ ਮਾਲਕ ਜੇ, ਗੁਰੂ ਸਾਹਿਬ ਦੇ ਨਾਂ ਤੇ ਚਾੜ ਦਿਓ। ਰਾਏ ਬਲਾਲ ਨੇ ਸਾਰੀ ਜ਼ਮੀਨ ਗੁਰੂ ਨਾਨਕ ਦੇ ਨਾਂ ਤੇ ਪਟਾ ਕਰਤਾ ਤੇ ਬਾਅਦ ਵਿੱਚ ਬੇਨਤੀ ਕੀਤੀ, ਪਿੰਡ ਦਾ ਨਾਮ ਬਦਲ ਕੇ ਗੁਰੂ ਨਾਨਕ ਦੇ ਨਾਂ ਤੇ ਰੱਖ ਤੇ ਲੱਗਾ ਯਾਦ ਕਰਨ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਖਿੱਚ ਬੜੀ ਪੈ ਰਹੀ ਸਾਨੂੰ ਤਲਵੰਡੀ ਦੀ, ਸਾਨੂੰ ਲੱਗਦਾ ਜਿਵੇਂ ਰਾਏ ਬਲਾਲ ਬਹੁਤ ਯਾਦ ਕਰਦੇ। ਉਹ ਗੁਰੂ ਸਾਹਿਬ ਦੇ ਨਾਂ ਜ਼ਮੀਨ ਕਰਕੇ ਤੇ ਨਨਕਾਣਾ ਸਾਹਿਬ ਦਾ ਨਾਮ ਬਦਲ ਕੇ, ਰਾਏ ਭੋਏ ਦੀ ਤਲਵੰਡੀ ਦਾ ਨਾਮ ਬਦਲ ਕੇ ਆਪਦੇ ਨਾਂ ਤੋਂ ਨਨਕਾਣਾ ਕਰਤਾ, ਵੀ ਨਾਨਕਾਣਾ। ਲੱਗਾ ਯਾਦ ਕਰਨ ਕਿ ਮੇਰਾ ਪਤਾ ਹੀ ਨਹੀਂ ਕਦੋਂ ਸਵਾਸ ਨਿਕਲ ਜਾਣੇ, ਮੈਂ ਆਪਣੇ ਹੱਥੀਂ ਗੁਰੂ ਨਾਨਕ ਸਾਹਿਬ ਅੱਗੇ ਰੱਖ ਦਿਆ। ਗੁਰੂ ਨਾਨਕ ਸਾਹਿਬ ਜੀ ਆ ਗਏ, ਰਾਏ ਜੀ ਬੜੀ ਖਿੱਚ ਪਾਈ, ਤੁਸੀਂ ਬਹੁਤ ਤੰਗਾਂ ਨਾਲ ਸੱਦਿਆ। ਕਹਿੰਦਾ ਜੀ ਮੇਰਾ ਪਤਾ ਨਹੀਂ ਹੁਣ ਮੇਰਾ ਅੰਤਮ ਸਮਾਂ ਹੈ ਤੇ ਮੈਂ ਜਾ ਰਿਹਾ ਤੇ ਮੇਰੀਆਂ ਮੰਗਾਂ ਨੇ ਇੱਕ ਦੋ। ਗੁਰੂ ਸਾਹਿਬ ਕਹਿੰਦੇ, ਰਾਏ ਜੀ ਤੁਸੀਂ ਬਹੁਤ ਨਿਭਾਈ ਸਾਡੇ ਨਾਲ, ਮੁੜ ਤੋਂ ਲੈ ਕੇ ਬੜੀ ਨਿਭਾਈ ਹੈ, ਬੜੀ ਪ੍ਰੀਤ ਕੀਤੀ ਹੈ। ਅੱਜ ਤੁਸੀਂ ਜੋ ਵੀ ਮੰਗੋ ਅਸੀਂ ਦੇਵਾਂਗੇ। ਕਹਿੰਦੇ ਜੀ ਪੱਕਾ ਬਚਣੇ? ਗੁਰੂ ਸਾਹਿਬ ਕਹਿੰਦੇ ਬਿਲਕੁਲ ਪੱਕਾ ਬਚਣੇ। ਕਹਿੰਦੇ ਜੀ ਮੈਂ ਅੱਗੇ ਮੰਗਿਆ ਨਹੀਂ ਕੋਈ ਤੁਹਾਡੇ ਤੋਂ। ਗੁਰੂ ਸਾਹਿਬ ਕਹਿੰਦੇ ਠੀਕ ਹੈ ਰਾਏ ਜੀ, ਨਹੀਂ ਮੰਗਿਆ, ਅੱਜ ਤੁਸੀਂ ਮੰਗ ਲਵੋ, ਜੋ ਵੀ ਮੰਗੋ ਅਸੀਂ ਦਿਆਂਗੇ, ਕਿਉਂਕਿ ਮਾਲਕ ਸੀ। ਗੁਰੂ ਨਾਨਕ ਸਾਹਿਬ ਜੋ ਮੰਗ ਲੈਣਗੇ। ਰਾਏ ਬਲਾਲ ਜੀ ਰਾਜ ਭਾਗ ਦੁਨੀਆ ਤਖਤ ਤਾਜ ਦਰਗਾਹ ਦੇ ਸੁੱਖ ਲੋਕ ਪਰਲੋਕ ਦੇ ਜੋ ਮਰਜ਼ੀ ਮੰਗ ਲੈਣ। ਤੇ ਗੁਰੂ ਸਾਹਿਬ ਕਹਿੰਦੇ ਜੀ ਆਹ ਲਓ, ਇਹ ਮੈਂ ਜ਼ਮੀਨ ਸਾਰੀ ਤੁਹਾਡੇ ਆਪਦੇ ਪਿੰਡ ਦਾ ਨਾਂ ਤੋਂ ਆਪਦਾ ਨਾਂ ਕੱਟ ਕੇ, ਸਾਡਾ ਜੱਦੀ ਚੱਲਿਆ ਆਉਂਦਾ ਕਿ ਰਾਏ ਦੀ ਭੋਏ ਆ, ਤੇ ਤੁਹਾਡਾ ਨਾਂ ਤੇ ਕਰਤਾ ਮੈਂ ਆਪਣਾ ਸ਼ਹਿਰ ਨਗਰੀ। ਤੇ ਆਹ ਜ਼ਮੀਨਾਂ ਨੇ 18,000 ਕਮਾਂ, 18 ਪਿੰਡਾਂ ਦੀ ਜਾਇਦਾਦ, 18 ਪਿੰਡਾਂ ਦੀ ਜਾਇਦਾਦ ਇਹ ਤੁਹਾਡੇ ਨਨਕਾਣੇ ਦੇ ਨਾਂ ਹੈ, ਇਹ ਕਬੂਲ ਲਓ। ਗੁਰੂ ਨਾਨਕ ਸਾਹਿਬ ਕਹਿੰਦੇ ਰਾਏ ਜੀ ਅਸੀਂ ਇਹ ਪਰਨ ਕੀਤਾ ਹੋਇਆ ਹੈ, ਅਸੀਂ ਦੁਨੀਆ ਦੀ ਚੀਜ਼ ਨਹੀਂ ਕੋਈ ਲਵਾਂਗੇ। ਉਹ ਦਰਗਾਹ ਦੀਆਂ ਚਾਬੀਆਂ ਨੇ, ਦੁਨੀਆ ਦੀਆਂ ਝੂਠੀਆਂ ਜ਼ਮੀਨਾਂ ਅਸੀਂ ਕੀ ਕਰਨੀਆਂ। ਕਹਿੰਦੇ ਨਹੀਂ ਮਹਾਰਾਜ ਤੁਸੀਂ ਬਚਨ ਦਿੱਤਾ ਹੈ, ਜਿਵੇਂ ਜਾਣਦੇ ਹੋ ਇਹ ਜ਼ਮੀਨ ਕਬੂਲ ਕਰ ਲਓ, ਇਹ ਨਗਰੀ ਕਬੂਲ ਕਰ ਲਓ। ਕਹਿੰਦੇ ਸਾਡੇ ਆਪਣੇ ਸਰੀਰ ਨਹੀਂ ਰਹਿਣੇ, ਅਸੀਂ ਆਪਦੇ ਨਾਂ ਕਰਾ ਕੇ ਕੀ ਕਰਾਂਗੇ। ਕਹਿੰਦੇ ਜੀ ਇੱਥੇ ਸਾਰਾ ਜੱਗ ਆਣ ਕੇ ਦਰਸ਼ਨ ਕਰੇਗਾ ਤੁਹਾਡੇ ਜਨਮ ਸਥਾਨ ਦੇ, ਤੇ ਜਿੰਨੀਆਂ ਸੰਗਤਾਂ ਆਉਣਗੀਆਂ ਉਹਨਾਂ ਨੂੰ ਲੰਗਰ ਪਾਣੀ ਇਸ ਜ਼ਮੀਨ ਦੇ ਵਿੱਚੋਂ ਜਾਵੇ, ਉਹਨਾਂ ਦੇ ਮੁਖ ਪਵੇ, ਤੇ ਮੇਰੇ ਰਾਜ ਭਾਗ ਮੇਰੀ ਨਗਰੀ ਸਫਲੀ ਹੋ ਜਾਏਗੀ। ਮੇਰੀ ਨਗਰੀ 'ਚ ਖੁਦਾ ਆਇਆ ਹੈ, ਆਖੋ ਸੀ ਹੁਣ ਖੁਦਾ ਨੂੰ ਮੈਂ ਦੇਵਾਂ ਕੀ, ਦੇਵਾਂ ਕੀ, ਦੇ ਦਿਆਂ ਜੋ ਕੁਝ ਹੈ ਸਭ ਕੁਝ ਹੀ ਦੇ ਦਿਆਂ, ਤੇ ਆਪ ਖੁਦਾ ਦਾ ਬਣ ਜਾ, ਆਖੋ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਨੂੰ ਪਟਾ ਨਨਕਾਣੇ ਦੇ ਨਾਂ ਕਰਕੇ, ਨਗਰੀ ਦਾ ਨਾਂ ਕਾਗਜ਼ਾਂ 'ਚ ਬਦਲ ਕੇ ਫਿਰ ਸੁੱਖ ਮਾਣਿਆ। ਇਹ ਜ਼ਮੀਨਾਂ ਸਾਰੀਆਂ ਗੁਰੂ ਨਾਨਕ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ, ਜਾਂ ਜਿਵੇਂ ਵੀ ਆਪਣੀਆਂ ਚੱਲਦੀਆਂ ਨੇ, ਡੇਰਾ ਰੂਮੀ ਵਾਲੇ ਦੇ ਨਾਂ ਤੇ, ਇਹ ਗੁਰੂ ਨਾਨਕ ਸਾਹਿਬ ਦਾ ਨਾਂ ਹੀ ਹੈ ਸਾਰਾ।
ਜਿਵੇਂ ਵੀ ਚੱਲ ਰਹੀਆਂ ਨੇ ਸਕੂਲਾਂ ਦੇ ਨਾਂ ਦੇ ਚੱਲਦੀਆਂ, ਕੁਝ ਵੀ ਚੱਲਦਾ ਹੈ, ਧਰਮ ਦੇ ਕਾਰਜ ਹੋਣੇ। ਇਹ ਜਿਨ੍ਹਾਂ ਦੀਆਂ ਜਿਵੇਂ ਜ਼ਮੀਨਾਂ ਨੇ ਉਹ ਪੂਰੀਆਂ ਨਾ ਕਰ ਦਿਓ, ਫਿਰ ਤੁਹਾਨੂੰ ਇਹਨਾਂ ਦਾ ਫਲ ਮਿਲਣਾ ਹੈ। ਇਹ ਗੁਰੂ ਦੇ ਨਾਮ ਚੜ ਗਈਆਂ ਹੈ। ਮਨ ਪਾਪੀ ਦਾ ਕੋਈ ਪਤਾ ਨਹੀਂ ਹੁੰਦਾ, ਬੱਚਿਆਂ ਦਾ ਕਿਸੇ ਦਾ ਕੀ ਗਲਤੀ ਕਰ ਬੈਠਣੀ, ਤੇ ਤੁਹਾਡੇ ਸਾਰਿਆਂ ਦਾ ਭਲਾ ਇੱਥੇ ਸਰੋਵਰ ਸ਼ੁਰੂ ਕੀਤਾ ਹੈ, ਇਹਨੂੰ ਵੀ ਪੱਕਿਆਂ ਕਰੋ। ਸਕੂਲ ਬਣਿਆ, ਠਾਠਦਾਨੀ ਪੱਥਰ ਰੱਖਿਆ ਸਰੋਵਰ ਦਾ ਹੈ। ਸਾਰੇ ਇਲਾਕੇ ਵਾਲੇ ਬੱਚੇ ਤੁਹਾਡੇ ਪੜ੍ਹਨੇ ਆ, ਪਾਪ ਆਪਾਂ ਧੋਣੇ ਆ ਸਰੋਵਰ 'ਚ, ਬੰਦਗੀ ਆਪਾਂ ਕਰਨੀ ਇੱਥੇ। ਉਹਨਾਂ ਸੰਤਾਂ ਨੇ ਟੰਡਰੀਆਂ ਵਾਲੇ ਮੈਂ ਗਿਆ ਤੇ ਕਹਿਣ ਲੱਗੇ ਜੀ 2 ਕਿੱਲੇ ਆ ਨਗਰ ਵਾਲਿਆਂ ਨੇ ਦਿੱਤੇ ਸਾਨੂੰ। 2 ਕਿੱਲੇ ਕਹਿੰਦੇ ਨਗਰ ਵਾਲਿਆਂ ਨੇ ਸਾਨੂੰ ਦਿੱਤੇ ਨੇ। ਇੱਥੇ ਸਥਾਨ ਜਿਹੜਾ ਬਣਾਇਆ ਨਾ, ਪਿੰਡ ਤਾਂ ਉਹਨਾਂ ਦਾ ਢੰਡਰੀਆਂ ਪਟਿਆਲੇ ਦੇ ਕੋਲ, ਇਹ ਜਿਹੜਾ ਸਥਾਨ ਬਣਾਇਆ 2 ਕਿੱਲੇ ਨਗਰ ਵਾਲਿਆਂ ਦਿੱਤੇ ਆ। ਮੈਂ ਕਿਹਾ ਬਾਬਾ 2 ਕਿੱਲੇ ਨਹੀਂ ਦਿੱਤੇ, ਉਹਨਾਂ ਨੇ ਤੈਨੂੰ ਲੁੱਟ ਲਿਆ। ਹੁਣ ਤੂੰ ਪਤਾ ਨਹੀਂ ਕਿੰਨੀ ਮਾਇਆ ਲੱਖਾਂ ਕਰੋੜਾ ਲਿਆ ਕੇ ਇੱਥੇ ਲਾਈ ਜਾਣੀ। ਇਹ ਤੁਸੀਂ ਸਾਨੂੰ 2-4 ਕਿੱਲੇ ਜ਼ਮੀਨ ਕੀ ਦਿੱਤੀ, ਤੁਸੀਂ ਤਾਂ ਨਾਨਕ ਸਾਹਿਬ ਨੂੰ ਪੁੱਛੋ, ਸਾਹਿਬ ਨੂੰ ਲੁੱਟਿਆ ਉੱਥੋਂ ਪਤਾ ਨਹੀਂ ਕਿੰਨਾ ਕੁ ਲੱਗਣਾ ਇੱਥੇ। ਦਿੱਤਾ ਨਹੀਂ ਕੋਈ, ਤੁਸੀਂ ਤਾਂ ਲਿਆ ਹੈ। ਆਪਾਂ ਲੁੱਟਣਾ ਹੈ ਗੁਰੂ ਨਾਨਕ ਦੇ ਕਾਰਨ। ਇਹ ਸੇਵਾ ਜ਼ਮੀਨ ਜਿਹੜੀ ਇਹਨੂੰ ਜਿਵੇਂ ਵੀ ਹੁੰਦਾ ਹੈ ਗੁਰੂ ਦੇ ਨਾਂ ਤੇ ਕਰੋ, ਫਿਰ ਇਹਦੇ ਸਾਰੀਆਂ ਜਿਹੜੀਆਂ ਮਨਜ਼ੂਰੀਆਂ ਸਕੂਲ ਦੀਆਂ ਆਉਂਦੀਆਂ ਨੇ ਫਿਰ ਬਾਅਦ ਵਿੱਚ ਆਉਂਦੀਆਂ। ਤੇ ਇਹ ਪੁੰਨ ਦਾਨ ਦਾ, ਬਾਕੀ ਲੰਗਰ ਪ੍ਰਸ਼ਾਦੇ ਦੀ ਸੇਵਾ ਕਰੋ। ਸਾਲ ਬਾਅਦ ਆ ਉਪਰਾਲਾ ਕਰ ਲਿਆ ਕਰੋ। ਵੱਡੇ ਮਾਂ ਸੰਪੜ ਪਾਠ ਦਾ ਸਾਰੇ ਇਲਾਕੇ ਦੀ ਪਾਠ ਹੋ ਜਾਂਦੀ। ਨਹੀਂ ਤਾਂ ਆਪਾਂ ਇਕੱਲੇ ਘਰੇ ਖੰਡ ਪਾਠ ਕਰਾਈਏ, ਸਧਾਰਨ ਪਾਠ ਕਰਾਈਏ, ਹੋਰ ਕਿਤੇ ਜਾ ਕੇ ਕਰ ਲਈਏ। ਇਹ ਸਾਲ 'ਚੋਂ ਆਪਾਂ ਇਹ 40 ਦਿਨ ਗਿਣੇ ਜਾਂਦੇ ਆ। ਜਿਹੜਾ 21 ਦਿਨਾਂ ਦਾ ਮਾਂ ਸੰਪੜ ਪਾਠ ਹੁੰਦਾ ਨਾ, ਇਹਨੂੰ ਦਿਨ ਰਾਤ ਗਿਣਿਆ ਜਾਂਦਾ, 40 ਦਿਨ ਬਣ ਗਏ। ਜੇ 365 ਚੋਂ 40 ਦਿਨ ਤੁਹਾਡੇ ਲੱਗ ਗਏ ਤੇ ਸਮਝੋ ਦਸਵੰਧ ਲੱਗ ਗਿਆ। 10ਵਾਂ ਹਿੱਸਾ ਜਦੋਂ ਲੱਗ ਜਾਏ ਨਾ ਤੇ ਉਹ ਪੂਰਾ ਹੀ ਗਿਣਿਆ ਜਾਂਦਾ ਕਿ ਪੂਰਾ ਸਾਲ ਹੀ ਲੱਗ ਗਿਆ ਹੈ। ਆਖੋ ਸੀ, ਜੇ ਸਾਲ 'ਚ 365 ਦੇਣੇ, ਉਹਨਾਂ 'ਚੋਂ 40 ਦਿਨ ਤੁਹਾਡੇ ਤੁਸੀਂ ਗੁਰੂ ਨੂੰ ਦੇ ਦਿੱਤੇ ਆ। ਦਿਨ ਰਾਤ ਪਾ ਕੇ ਹੈ ਤਾਂ 20 ਦਿਨ ਹੀ। ਦਿਨ ਰਾਤ ਕਰਕੇ ਗੁਰੂ ਸਾਹਿਬ ਨੂੰ 21 ਦਿਨ ਦੇਤੇ ਆ। 21 ਦਿਨਾਂ ਦੇ ਸਦਕਾ ਤੁਹਾਨੂੰ ਪੂਰੇ ਸਾਲ ਦਾ ਫਲ ਮਿਲ ਜਾਣਾ ਹੈ ਕਿ ਤੁਹਾਡਾ ਸਾਲ ਹੀ ਸਫਲਾ। ਇੰਨਾ ਯੱਗ ਕਰੋਗੇ, ਪਾਠ ਸਿਮਰਨ ਕਰੋਗੇ ਤੇ ਗੁਰੂ ਸਾਹਿਬ ਘਰ ਵਿੱਚ ਖੁਸ਼ੀਆਂ ਦਿੱਤੀ ਰੱਖਣਗੇ। ਜ਼ਮੀਨਾਂ 'ਚ, ਕਾਰੋਬਾਰਾਂ 'ਚ, ਇੱਧਰ ਉੱਧਰ ਪਰਿਵਾਰਾਂ ਵਿੱਚ ਤਰੱਕੀਆਂ ਹੁੰਦੀਆਂ ਨੇ। ਬਾਹਰਲੇ ਦੇਸ਼ ਵਿੱਚ ਬੱਚੇ ਚਲੇ ਜਾਂਦੇ ਆ, ਚੰਗੇ ਰਿਸ਼ਤੇ ਮਿਲ ਜਾਂਦੇ ਨੇ। ਪੁੰਨ ਕਰਮ ਕਰਨਾ ਜੀਵ ਦਾ ਧਰਮ ਹੈ, ਗ੍ਰਸਤੀ ਦਾ ਧਰਮ ਨਹੀਂ। ਕਿ ਪੁੰਨ ਵਾਲੇ ਕਰਮ ਕਰੀ ਜਾਓ, ਜਿੰਨੇ ਹੁੰਦੇ ਜੇ ਕਰੀ ਜਾਓ। ਤੇ ਗੁਰੂ ਸਾਹਿਬ ਵੀ ਜਿੰਨੀਆਂ ਕਿਰਪਾ ਨੇ, ਮਿਹਰਾਂ ਨੇ ਤੁਹਾਡੇ ਤੇ ਕਰੀ ਜਾਣਗੀਆਂ। ਹਜ਼ੂਰ ਸਾਹਿਬ ਸੇਵਾ ਚੱਲਦੀਆਂ, ਇੱਧਰ ਉੱਧਰ ਤੁਹਾਨੂੰ ਮੌਕੇ ਮਿਲਦੇ ਹੀ ਰਹਿੰਦੇ ਆ। ਸਮਾਗਮ ਚੱਲਦੇ ਆ, ਕਿਤੇ ਬੱਚੇ ਚਲੇ ਗਏ, ਕਿਤੇ ਤੁਸੀਂ ਚਲੇ ਗਏ। ਇਹਦਾ ਫਲ ਕੌਣ ਲਏਗਾ? ਇਹ ਭਲੇ ਕਰਮਾਂ ਦਾ, ਧਰਮ ਦਾ, ਨਾਮ ਸਿਮਰਨ ਦਾ ਤੁਹਾਡੀ ਘਰ ਵਿੱਚ ਫਲ ਆਉਣਾ ਹੈ। ਤੇ ਇਹ ਬਹਾਨੇ ਨਾਲ ਕਰੀ ਜਾਓ। ਗੁਰੂ ਸਾਹਿਬ ਮਿਹਰ ਕਰਨਗੇ। ਹੁਣ ਹੁਕਮਨਾਮਾ ਸੁਣੋ ਤੇ ਸਮਾਪਤੀ ਹੈ। ਸਾਰਿਆਂ 'ਚ ਕੜਾ ਪ੍ਰਸ਼ਾਦ ਦੀਆਂ ਦੇਗਾ ਵਰਤਣਗੀਆਂ। ਮਾਂ ਸੰਪੜ ਪਾਠ ਦਾ ਅੰਮ੍ਰਿਤ ਵੀ ਲੈ ਲਿਓ, ਪ੍ਰਸ਼ਾਦ ਵੀ ਲੈ ਲਿਓ, ਸੁਖਮਨੀ ਦਾ ਪਾਠ ਸਾਰੇ ਕਰ ਲਿਓ।
ਜੇ ਬੈਠੇ ਬੈਠੇ ਅੱਕ ਗਏ ਜੇ ਤੇ ਗੇੜਾ ਕੱਢ ਕੇ ਆ ਜਾ ਜੀ। ਸੁਖਮਨੀ ਸਾਹਿਬ ਦਾ ਪਾਠ ਹੋਏਗਾ, ਸਾਰੀ ਸੰਗਤ ਕਰਕੇ ਫਿਰ ਖੁਸ਼ੀਆਂ ਲੈ ਕੇ ਘਰਾਂ ਨੂੰ ਜਾਇਓ। ਜਿਹਨੂੰ ਕੋਈ ਬਾਤ ਹੀ ਜ਼ਰੂਰੀ ਹੈ, ਨਹੀਂ ਸਰਦਾ, ਉਹ ਚਲਾ ਜਾਵੇ ਪ੍ਰਸ਼ਾਦ ਦੇਖ ਲੈ ਕੇ। ਬਾਕੀ ਸਾਰੇ ਸੁਖਮਨੀ ਸਾਹਿਬ ਦੇ ਭੋਗ ਤੋਂ ਬਾਅਦ ਅਰਦਾਸ ਹੋਏਗੀ। ਹੁਕਮਨਾਮਾ ਹੁਣ ਸਰਵਣ ਕਰੋ। ਸਮਾਪਤੀ ਦਿਨ ਚੜੇ ਸਾਰੀ ਹੋਏਗੀ 6:30 ਵਜੇ 7 ਵਜੇ, ਤੇ ਪ੍ਰਸ਼ਾਦ ਸਾਰਿਆਂ ਨੂੰ ਹੁਣ ਵਰਤ ਜਾਏਗਾ। ਪਾਠੀ ਸਿੰਘ ਜਾਓ, ਕੜਾ ਪ੍ਰਸ਼ਾਦ ਦੀਆਂ ਦੇਗਾਂ ਲੈਓ ਤੇ ਵਰਤਾਉਣੀਆਂ ਸ਼ੁਰੂ ਕਰੋ। ਧੰਨ ਗੁਰੂ ਨਾਨਕ। ਹਰਿ ਸਿਖਾਇਓ ਸਤਿ